ਰਹਿਵੇ ਕਾਜ਼ੀ ਦਿਲ ਨਹੀਂ ਰਾਜ਼ੀ, ਗੱਲਾਂ ਹੋਈਆਂ ਨਾ ਹੋਣ ਵਾਲੀਆਂ। ਪਹਿਲੇ ਸੈਸ਼ਨ 'ਚ ਤੇ ਇੱਕ ਦਿਨ ਤੈਨੂੰ ਸੁਪਨਾ ਥੀਸਣ ਗਲੀਆਂ ਬਾਬਲ ਵਾਲੀਆਂ। ਸਾਨੂੰ ਆਪਣੇ ਆਪ ਦਾ ਕਦੋਂ ਚੇਤਾ ਆਵੇ, ਅਸੀਂ ਕਦੋਂ ਸੋਚਣ ਲੱਗੀਏ ਆਪਣੇ ਮਾਪਿਆਂ ਦੀਆਂ ਗਲੀਆਂ। ਪਰ ਮੈਂ ਆਪਣੀਆਂ ਮਾਂ ਦੀਆਂ ਅੱਖਾਂ 'ਚ ਉਹਦੀਆਂ ਗਲੀਆਂ ਵੇਖੀਆਂ ਨੇ, ਆਪਣੇ ਬਾਪ ਦੀਆਂ ਅੱਖਾਂ 'ਚ, ਜਿਹੜੇ ਅੱਜ ਵੀ ਕਹਿੰਦੇ ਨੇ ਕਿ ਸਾਨੂੰ ਇੱਥੇ ਨਾ ਦੱਬਿਓ, ਉੱਥੇ ਦਫਨਾ ਕੇ ਆਇਓ। ਇਹ ਜਿਹੜਾ ਦੁੱਖ ਹੈ, ਮੈਂ ਆਪਣੀ ਮਾਂ ਦੀ ਇੱਕ ਸਹੇਲੀ ਵੀ ਹਾਂ। ਮੈਂ ਆਪਣੀ ਮਾਂ ਦੇ ਨਾਲ ਬਹੁਤ ਨੇੜੇ ਹੋ ਕੇ ਉਹਦੇ ਅੰਦਰ ਦੇ ਜਿਹੜੇ ਦੁੱਖ ਨੇ, ਅੰਦਰ ਦੀਆਂ ਜਿਹੜੀਆਂ ਕਹਾਣੀਆਂ ਨੇ, ਜਿਹੜੀਆਂ ਕਿ ਬਿਆਨੀਆਂ ਵੀ ਨਹੀਂ ਜਾ ਸਕਦੀਆਂ, ਮੈਂ ਖੋਲ੍ਹ ਵੀ ਨਹੀਂ ਸਕਦਾ। ਮਾਂ ਮੇਰੀ ਦਾ ਔਰ ਮੇਰੇ ਬਾਪ ਦਾ ਤਾਲੁਕ ਇੰਡੀਅਨ ਪੰਜਾਬ ਦੇ ਸੂਬੇ ਆਪਣਾ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਹੈ। ਜੰਡੀ ਪਿੰਡ ਸ਼ਾਮ 84 ਦੇ ਕੋਲ ਹੈ, ਉੱਥੇ ਦੀ ਮੇਰੀ ਮਾਂ ਹੈ। ਅਤੇ ਵੰਡ ਗਈ, ਮੇਰੇ ਬਾਪ ਨੇ ਇਹ ਆਪਣੇ ਪਿੰਡੋਂ ਟੁਰੇ, ਮੇਰੀ ਮਾਂ ਹੋਰੀ ਔਰ ਵਾਲਦ ਸਾਹਿਬ ਹੋਰ ਦੂਸਰੇ ਪਿੰਡੋਂ ਟੁਰੇ, ਅਤੇ ਰਿਫਿਊਜੀ ਕੈਂਪ ਦੇ ਵਿੱਚ ਮੇਰੀ ਮਾਂ ਦਾ ਘੁੰਡ ਚੁੱਕਿਆ ਸੀ ਮੇਰੇ ਪਿਓ ਨੇ। ਉੱਥੋਂ ਟੁਰਦੀ ਹੈ ਬੇਘਰੀ, ਉੱਥੋਂ ਟੁਰਦੇ ਨੇ ਸਾਰੇ ਦੁੱਖ ਜਿਹੜੇ ਮੈਂ ਵੇਖੇ। ਫਿਰ ਪਿੰਡ ਦੇ ਬਾਬਿਆਂ ਦੀਆਂ ਗੱਲਾਂ, ਕਿਉਂਕਿ ਸਾਡਾ ਸਾਰਾ ਪਿੰਡ ਜਿਹੜਾ ਮੇਰਾ ਪਿੰਡ ਲੈਲਪੁਰ ਜ਼ਿਲ੍ਹੇ 'ਚ ਹੈ, ਸਮੁੰਦਰੀ ਵੱਲ ਨੂੰ ਜਾਈਏ ਅਤੇ ਡਿਜਕੋਟ ਦੇ ਨਾਲ ਕਸਬੇ ਦੇ ਨਾਲ ਇੱਕ ਪਿੰਡ ਹੈ ਚੜ੍ਹਦੇ ਪਾਸੇ 3 ਮੀਲ, ਫਰਾਲਾ ਉਹਦਾ ਨਾਂ ਹੈ। ਉਹ ਸਾਰੇ ਦਾ ਸਾਰਾ ਪਿੰਡ ਮਤਲਬ ਉਜੜ ਕੇ ਆਇਆ ਹੈ। ਜਿਵੇਂ ਨਵਸ਼ਰਨ ਜੀ ਹੋਰਾਂ ਨੇ ਕਿਹਾ, ਉਜਾੜਾ ਇੰਝ ਹੀ ਸਾਡੇ ਪਿੰਡ ਦੇ ਬਾਬੇ ਜਿਹੜੇ ਨੇ ਉਸ ਨੂੰ ਪਾੜਾ ਕਹਿੰਦੇ। ਜਦੋਂ ਪਾੜੇ ਪਏ, ਜਦੋਂ ਉਜਾੜੇ ਪਏ, ਜਦੋਂ ਦੰਗੇ ਹੋਏ, ਉਹਨਾਂ ਵੇਲਿਆਂ ਦੀ ਗੱਲ ਹੈ। ਇਹਨਾਂ ਦੇ ਵਿੱਚ ਕੋਈ ਹਿੰਦੂ ਸਿੱਖਾਂ ਦੀਆਂ ਫੌਜਾਂ ਨਹੀਂ ਸੀ ਖੜੀਆਂ। ਇਹਦੇ ਪਿੱਛੇ ਕਿਹੜੀਆਂ ਸਾਜ਼ਿਸ਼ਾਂ ਨੇ, ਇਹਦਾ ਜ਼ਿੰਮੇਦਾਰ ਕੌਣ ਹੈ, ਇਹ ਸਾਰੀ ਕਹਾਣੀ ਦਾ, ਇਹ ਸਾਰੇ ਦੁਖਾਂਤ ਦਾ, ਦੁਨੀਆ ਦੀ ਸਭ ਤੋਂ ਵੱਡੀ ਹਿਜਰਤ, ਦੁਨੀਆ ਦਾ ਸਭ ਤੋਂ ਵੱਡਾ ਕਤਲੋ-ਗਾਰਤ, ਔਰ ਇਸ ਦੁਨੀਆ ਦੇ ਵਿੱਚ ਮਤਲਬ ਇਸ ਤਰ੍ਹਾਂ ਦੀਆਂ ਮਿਸਾਲਾਂ ਨਹੀਂ ਹਨ। ਔਰ ਸਾਨੂੰ ਕੁਝ ਪਤਾ ਹੀ ਨਹੀਂ ਹੈ, ਨਾ ਸਾਡੀ ਇਸ ਜਨਰੇਸ਼ਨ ਨੂੰ ਪਤਾ ਹੈ, ਅਤੇ ਨਾ ਹੀ ਇਹੋ ਜਿਹੇ ਸਿਸਟਮ 'ਚ ਇਹੋ ਜਿਹੀਆਂ ਜਿੱਥੇ ਹੋਰ ਜ਼ੁਬਾਨਾਂ ਖੋਹ ਕੇ ਨਾਅਰੇ ਦੇ ਦਿੱਤੇ ਗਏ ਸਾਨੂੰ ਹੋਰ ਦੇ ਹੋਰ। ਇਹ ਸਾਰਾ ਕੁਝ ਚੇਤੇ ਕਰਕੇ ਅਸੀਂ ਆਪਣਾ ਆਗਾ ਸਵਾਰ ਸਕਦੇ ਹਾਂ। ਉਹ ਸਾਰੀਆਂ ਯਾਦਾਂ, ਉਹ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਸੁਣੀਆਂ। ਮੈਂ ਲੰਬੀ ਗੱਲ ਨਹੀਂ ਕਰਨੀ ਚਾਹੁੰਦਾ। ਨਜ਼ਮ ਜਿਹੜੀ ਹੈ ਉਹ ਕਿਵੇਂ ਫੁੱਟਦੀ ਹੈ, ਉਹ ਮੈਂ ਤੁਹਾਨੂੰ ਦੱਸਣਾ। ਸਾਰੇ ਪਿੰਡ ਬਾਬਿਆਂ ਦੀ ਇੱਕ ਢਾਣੀ ਹੈ ਜਿਹੜੀ ਕਿੱਕਰਾਂ ਹੇਠਾਂ ਬਹਿੰਦੀ ਹੈ। ਪਿੰਡ ਦੀ ਚੜ੍ਹਦੀ ਬਾਈ 'ਤੇ ਸਾਡਾ ਘਰ ਹੈ। ਅਤੇ ਇੱਕ ਬਾਬਾ ਬੜਾ ਕੱਬਾ ਜਿਹਾ, ਸਖਤ ਜਿਹੇ ਬਾਬੇ ਹੁੰਦੇ ਨੇ, ਜਿਵੇਂ ਅਲੀਆ ਵਲੀਆ 2 ਭਰਾ ਸਨ। ਅਤੇ ਉਹ ਹਰ ਵੇਲੇ ਤਰਾਈ ਰੱਖਣਾ, ਜਿਵੇਂ ਅੰਦਰ ਕੋਈ ਗੰਢ ਵੱਜੀ ਹੈ, ਜਿਵੇਂ ਕੋਈ ਸਿੱਧਾ ਜਿਹਾ। ਕੁਝ ਬਾਬੇ ਐਵੇਂ ਮਤਲਬ ਸਖਤ ਬਾਬੇ ਹੁੰਦੇ ਨੇ। ਉਸ ਬਾਬੇ ਕੋਲ ਅਸੀਂ ਬੜਾ ਡਰਦੇ ਸੀ ਕਿ ਇਸ ਬਾਬੇ ਕੋਲ ਅਗਰ ਮੈਂ ਅਸੀਂ ਹਵੇਲੀ ਜਾਣਾ ਅਤੇ ਵਲਾ ਕੇ ਖੇਤਾਂ ਦੇ ਵਿੱਚ ਦੀ ਅਕੜਿਆਂ ਦੇ ਉੱਤੋਂ ਦੀ ਹੋ ਕੇ ਆਪਣੇ ਪੱਠਿਆਂ ਡੰਗਰਾਂ ਨੂੰ ਪੱਠੇ ਪਾਉਣ ਜਾਣਾ। ਅਤੇ ਉਸ ਬਾਬੇ ਦੇ ਮੱਥੇ ਨਹੀਂ ਲੱਗਣਾ ਕਿ ਜਦੋਂ ਵੀ ਬੋਲਣਾ ਇਹਨੇ ਪੁੱਠਾ ਹੀ ਬੋਲਣਾ, ਇਹਨੇ ਲੜ ਪੈਣਾ, ਇਹਨੇ ਡੰਗੋਰੀ ਖਿੱਚ ਕੇ ਮਾਰ ਦੇਣੀ ਹੈ। ਇਹ ਬੜਾ ਹੀ ਸਖਤ ਬਾਬਾ ਹੈ। ਉਹਦੇ ਕੋਲ ਅਸੀਂ ਸਾਰੇ ਬੁਲਾਉਂਦੇ ਸਾਂ। ਪਰ ਇੱਕ ਸਿਆਲਾਂ ਦੀ ਰਾਤ, ਸਰਦੀਆਂ ਦੀ ਇੱਕ ਰਾਤ ਹੈ, ਸ਼ਾਮ ਦਾ ਟਾਈਮ ਹੈ। ਅੰਮਾ ਨੇ ਮੈਨੂੰ ਕਿਹਾ ਕਿ ਤੂੰ ਡੰਗਰ ਬੰਨ੍ਹਿਆ ਅੰਦਰ। ਅਤੇ ਮੈਂ ਗਿਆ ਅਤੇ ਇੱਕ ਹਵੇਲੀ ਸਾਡੀ, ਉਹਦੇ ਵਿੱਚ 4 ਇਹ ਬਾਬੇ ਬੈਠੇ ਨੇ ਅਤੇ ਇਹ ਬਾਬਾ ਰੋ ਰਿਹਾ। ਮੇਰੇ ਲਈ ਇੱਕ ਬਹੁਤ ਹੈਰਾਨੀ ਵਾਲੀ ਗੱਲ ਸੀ ਕਿ ਪੱਥਰ ਰੋਣ, ਪਹਾੜ ਰੋਣ, ਇਹ ਬਾਬਾ ਕਿਉਂ ਰੋਵੇ, ਇਹ ਬਾਬਾ ਕਿਉਂ ਰੋਵੇ। ਅਤੇ ਉਹ ਬਾਬੇ ਦੇ ਜੋ ਕੁਝ ਲਫ਼ਜ਼ ਸਨ, ਜੋ ਬੋਲ ਰਿਹਾ ਸੀ, ਉਹ ਇੱਕ ਕਵਿਤਾ ਵਾਂਗੂ, ਨਜ਼ਮ ਵਾਂਗੂ ਸੀ। ਇਹ ਮੈਂ ਨਜ਼ਮ ਅਗਰ ਕਦੀ ਕਿਸੇ ਮੁਸ਼ਾਇਰੇ 'ਚ ਸੁਣਾਉਂਦਾ ਤਾਂ ਮੈਂ ਯਕੀਨਨ ਇਹਦੀ ਕਹਾਣੀ, ਇਹਦੀ ਤਮਹੀਦ, ਇਹ ਨਜ਼ਮ ਕਿਵੇਂ ਟੁਰੀ ਹੈ, ਕਿਉਂਕਿ ਇਹਦਾ ਵੰਡ ਦੇ ਨਾਲ ਬਹੁਤ ਸਿੱਧਾ ਤਾਲੁਕ ਹੈ। ਗੋ ਇਹ ਸਾਰੀ ਉਸ ਤੋਂ ਬਾਅਦ ਜੋ ਸਾਡੇ ਮਾਂ ਬਾਪ ਨੇ ਵੇਖੀ ਇੱਥੇ ਦੀ ਜ਼ਿੰਦਗੀ, ਇੱਥੇ ਜੋ ਉਹਨਾਂ ਨਾਲ ਬੀਤਿਆ, ਉਹਦਾ ਸਾਰਾ ਬਿਆਨ ਇਸ ਨਜ਼ਮ 'ਚ ਹੈ। ਪਰ ਉਹ ਬਾਬਾ ਆਪਣੇ ਯਾਰ ਨੂੰ ਪੇ ਯਾਦ ਕਰਦਾ ਹੈ ਅਤੇ ਵਿੱਚੋਂ ਰੋ ਰਿਹਾ ਹੈ ਔਰ ਬੁਸਕ ਰਿਹਾ। ਉਸ ਤੋਂ 2-3 ਦਿਨ ਬਾਅਦ ਉਹ ਬਾਬਾ ਮਰ ਗਿਆ। ਔਰ ਇਹ ਕਿਸ ਤਰ੍ਹਾਂ ਦੀ ਸੂਰਤ ਸੀ, ਸਾਡੀ ਸਾਰੀ ਪੜ੍ਹਾਈ ਲਿਖਾਈ ਸਾਨੂੰ ਕੀ ਦੱਸਿਆ ਗਿਆ, ਬਾਬੇ ਦੇ ਮੂੰਹ ਜੋ ਬੋਲ ਨਿਕਲਦੇ ਨੇ, ਉਹ ਕਹਿੰਦਾ ਹੈ, ਉਹ ਸੰਤਿਆ ਉਹ ਤੂੰ ਆਂਦਾ ਸੈ ਜਿਉਣ ਮਰਨ ਇਕੱਠਿਆਂ। ਉਹਨੇ ਵਿੱਚ ਗਾਲਾਂ ਵੀ ਕੱਢੀਆਂ ਕੁਝ, ਜਿਹੜੇ ਕਿ ਮੈਂ ਨਹੀਂ ਬੋਲ ਸਕਦਾ। ਓਏ ਵੰਡੀਆਂ ਪਾ ਦਿੱਤੀਆਂ ਸੂ, ਵਾੜਾਂ ਲਾ ਦਿੱਤੀਆਂ ਸੂ, ਹੁਣ ਮੇਲ ਕਿੱਥੇ, ਆਂਦਾ ਸੈ ਜਿਉਣ ਮਰਨ ਇਕੱਠਿਆਂ।
ਤੂੰ ਜਲੰਧਰ ਅਸੀਂ ਫਰਾਲੇ, ਹੁਣ ਮੇਲ ਕਿੱਥੇ। ਵਾੜਾਂ ਦੀਆਂ ਹੋਰ ਗੱਲਾਂ ਮੈਂ ਉਹ ਨਹੀਂ ਬਿਆਨ ਕਰਨਾ ਚਾਹੁੰਦਾ, ਲੇਕਿਨ ਇਹ ਕਿ ਮੈਂ ਇਹ ਨਜ਼ਮ ਦੀ ਜੋ ਸੂਰਤ ਸੀ ਉਹ ਮੈਂ 9ਵੀਂ 10ਵੀਂ 'ਚ ਪੜ੍ਹਦਾ ਸੀ, ਉਸ ਵੇਲੇ ਟੁਰੀ ਹੈ। ਇਹ ਪਤਾ ਨਹੀਂ ਕਦੋਂ ਤੱਕ ਚੱਲਦੀ ਹੈ, ਪਰ ਜਿੰਨੀ ਹੈ ਮੈਂ ਤੁਹਾਨੂੰ ਸੁਣਾਉਣਾ। ਪਾਕਿਸਤਾਨ ਦੀ ਵਾਰ। ਸਾਡੇ ਬਾਬੇ ਲੀਕਾਂ ਚੁੰਮੀਆਂ ਸਾਨੂੰ ਮੱਤ ਕੀ ਆਉਣੀ। ਸਾਡੇ ਬਾਬੇ ਲੀਕਾਂ ਚੁੰਮੀਆਂ ਸਾਨੂੰ ਮੱਤ ਕੀ ਆਉਣੀ, ਤੇ ਅੰਗ ਲਮਕਣ ਨੰਗੀ ਤਾਰ ਤੇ ਵਿੱਚ ਰੱਤ ਕੀ ਆਉਣੀ। ਅੰਗ ਲਮਕਣ ਨੰਗੀ ਤਾਰ ਤੇ ਵਿੱਚ ਰੱਤ ਕੀ ਆਉਣੀ। ਉਹ ਅਸੀਂ ਝੂਠੋ ਝੂਠੀ ਖੇਡ ਕੇ ਇੱਕ ਸੱਚ ਬਣਾਇਆ। ਅਸੀਂ ਝੂਠੋ ਝੂਠੀ ਖੇਡ ਕੇ ਇੱਕ ਸੱਚ ਬਣਾਇਆ, ਫਿਰ ਉਸ ਨੂੰ ਧਰਮੀ ਲਹਿਰ ਦਾ ਇੱਕ ਤੜਕਾ ਲਾਇਆ। ਫਿਰ ਉਸ ਨੂੰ ਧਰਮੀ ਲਹਿਰ ਦਾ ਇੱਕ ਤੜਕਾ ਲਾਇਆ। ਅਸੀਂ ਪਾਕ ਪਲੀਤੇ ਪਾਣੀਆਂ ਵਿੱਚ ਰਿੱਝਦੇ ਜਾਈਏ, ਜਾਂ ਹੱਸੀਏ ਘੂਰੀ ਵੱਟ ਕੇ ਜਾਂ ਖਿੱਚਦੇ ਜਾਈਏ। ਕੋਈ ਨੇਜ਼ੇ ਉੱਤੇ ਸੱਚ ਵੀ ਇੱਥੇ ਨਹੀਂ ਪਚਣਾ, ਉਹ ਭਾਵੇਂ ਈਸਾ ਮੁੜ ਕੇ ਆ ਜਾਏ ਇੱਥੇ ਨਹੀਂ ਬਚਣਾ। ਕੋਈ ਨੇਜ਼ੇ ਉੱਤੇ ਸੱਚ ਵੀ ਇੱਥੇ ਨਹੀਂ ਪਚਣਾ, ਭਾਵੇਂ ਈਸਾ ਮੁੜ ਕੇ ਆ ਜਾਏ ਇੱਥੇ ਨਹੀਂ ਬਚਣਾ। ਅਸੀਂ ਅੱਖਾਂ ਮਲ ਮਲ ਵੇਖੀਏ ਕੀ ਖੇਡਾਂ ਹੋਈਆਂ, ਉਹ ਕਿਤੇ ਸ਼ੇਰਾਂ ਵਰਗੇ ਸੂਰਮੇ ਅੱਜ ਭੇਡਾਂ ਹੋਈਆਂ। ਤੇ ਚੰਗਾ ਹੀ ਸੀ ਪੁੱਤਰਾ ਜੇ ਦੇਸ਼ 'ਚ ਰਹਿੰਦੇ। ਸਾਡੇ ਬਾਬੇ ਅਜੇ ਵੀ ਦੇਸ਼ ਕਹਿੰਦੇ ਨੇ ਉਸ ਸਥਾਨ ਨੂੰ ਜਿੱਥੇ ਉਹ ਜੰਮੇ ਸਨ। ਚੰਗਾ ਹੀ ਸੀ ਪੁੱਤਰਾ ਜੇ ਦੇਸ਼ 'ਚ ਰਹਿੰਦੇ। ਉਹ ਸਾਨੂੰ ਆਣ ਅੰਗਰੇਜ਼ਾਂ ਰੋਲਿਆ, ਸਾਡੇ ਬਾਬੇ ਕਹਿੰਦੇ। ਉਹ ਸਾਨੂੰ ਸੱਜਾ ਹੱਥ ਵਿਖਾ ਕੇ ਮਾਰੀ ਸੂ ਖੱਬੀ, ਉਹ ਅਸੀਂ ਜੰਨਤ ਵੱਲ ਨੂੰ ਨੱਠ ਪਏ ਤੇ ਦੋਜ਼ਖ ਲੱਭੀ। ਸਾਨੂੰ ਸੱਜਾ ਹੱਥ ਵਿਖਾ ਕੇ ਮਾਰੀ ਸੂ ਖੱਬੀ, ਅਸੀਂ ਜੰਨਤ ਵੱਲ ਨੂੰ ਨੱਠ ਪਏ ਤੇ ਦੋਜ਼ਖ ਲੱਭੀ। ਅਸੀਂ ਜੁੱਤੇ ਵਿੱਚ ਪੰਜਾਲੀਆਂ ਹਲ ਬਣ ਗਏ ਫਾਈਆਂ। ਅਸੀਂ ਬਹੁਤ ਸਾਰੇ ਲਫ਼ਜ਼ ਤੁਹਾਨੂੰ ਸਮਝ ਸ਼ਾਇਦ ਨਾ ਆਉਣ ਪੰਜਾਬੀ ਵਸੇਬੀ। ਅਸੀਂ ਜੁੱਤੇ ਵਿੱਚ ਪੰਜਾਲੀਆਂ ਹਲ ਫਾਈਆਂ, ਅਸੀਂ ਖੇਤਾਂ ਵਿੱਚ ਹੀ ਬੀਜੀਆਂ ਕਈ ਸਾਲ ਛਮਾਈਆਂ। ਅਸੀਂ ਵਿਲ ਕੇ ਰੋਏ ਭੁੱਖ ਤੋਂ ਸਾਹ ਟੁੱਟਣ ਲੱਗ ਪਏ, ਫਿਰ ਲੱਤਾਂ ਕੱਢੀਆਂ ਚੌਧਰੀ ਅਸੀਂ ਕੁੱਟਣ ਲੱਗ ਪਏ। ਅਸੀਂ ਵਿਲ ਕੇ ਰੋਏ ਭੁੱਖ ਤੋਂ ਸਾਹ ਟੁੱਟਣ ਲੱਗ ਪਏ, ਫਿਰ ਲੱਤਾਂ ਕੱਢੀਆਂ ਚੌਧਰੀ ਅਸੀਂ ਕੁੱਟਣ ਲੱਗ ਪਏ। ਨਹੀਂ ਖਾਣ ਪੀਣ ਨੂੰ ਲੱਭਦਾ ਸਾਡੇ ਘਰ 'ਚ ਸਾਇਆ, ਨਹੀਂ ਖਾਣ ਪੀਣ ਨੂੰ ਲੱਭਦਾ ਸਾਡੇ ਘਰ 'ਚ ਸਾਇਆ। ਆਖੇ ਬੋਤਲ 'ਚੋਂ ਨਹੀਂ ਪੀਵਣਾ ਇਹ ਦਮ ਕਰਵਾਇਆ। ਅਸੀਂ ਛਿਟੀ ਚਰਾਵਣ ਲੈ ਗਏ ਕਿੰਜ ਬੂਹਾ ਨਿਕਲੇ, ਅਸੀਂ ਛਿਟੀ ਚਰਾਵਣ ਲੈ ਗਏ ਕਿੰਜ ਬੂਹਾ ਨਿਕਲੇ। ਜਿਉਂ ਬੀਨ ਵਜਾਈਏ ਰੁੱਡ ਤੇ ਤਾਂ ਚੂਹਾ ਨਿਕਲੇ। ਤੇ ਗਏ ਵੱਡੇ ਬਾਹਰ ਵਲੈਤ 'ਚੋਂ ਸ਼ਾਹੂਕਾਰ ਲਿਆਏ, ਉਹ ਸਾਡੀ ਖੜੀ ਕਪਾਹ ਨੂੰ ਵੇਚਿਆ ਅਸੀਂ ਮੰਗ ਕੇ ਪਾਏ। ਗਏ ਵੱਡੇ ਥੈਂਕ ਯੂ ਗਏ ਵੱਡੇ ਬਾਹਰ ਵਲੈਤ 'ਚੋਂ ਸ਼ਾਹੂਕਾਰ ਲਿਆਏ, ਉਹ ਸਾਡੀ ਖੜੀ ਕਪਾਹ ਨੂੰ ਵੇਚਿਆ ਅਸੀਂ ਮੰਗ ਕੇ ਪਾਏ। ਇਹ ਜਦ ਸ਼ੀਸ਼ੇ ਮੋਰੇ ਆ ਗਏ ਬਣ ਅਫਲਾਤੂਨੀ, ਤਦ ਸ਼ਕਲਾਂ ਦਿਸੀਆਂ ਕਾਲੀਆਂ ਹੱਥ ਖੂਨੋ ਖੂਨੀ। ਅਸੀਂ ਖੜੇ ਖਲੋਤੇ ਕੰਬ ਗਏ ਪਰਛਾਵੇਂ ਬਦਲੇ, ਉਹ ਸਾਡੇ ਆਪਣਿਆਂ ਪਟਵਾਰੀਆਂ ਸਾਡੇ ਨਵੇਂ ਬਦਲੇ। ਅਸੀਂ ਖੜੇ ਖਲੋਤੇ ਕੰਬ ਗਏ ਪਰਛਾਵੇਂ ਬਦਲੇ, ਉਹ ਸਾਡੇ ਆਪਣਿਆਂ ਪਟਵਾਰੀਆਂ ਸਾਡੇ ਨਾਵੇਂ ਬਦਲੇ। ਉਹ ਸਾਨੂੰ ਸੁਰਤ ਨਾ ਆਈ ਹੋਵਦੇ ਕਿੰਜ ਘਾਟੇ ਵਾਧੇ, ਅਸੀਂ ਬਾਂਦਰ ਕਿੱਲਾ ਖੇਡਿਆ ਤੇ ਛਿੱਤਰ ਖਾਧੇ। ਸਾਨੂੰ ਸੁਰਤ ਨਾ ਆਈ ਹੋਵਦੇ ਕਿੰਜ ਘਾਟੇ ਵਾਧੇ, ਅਸੀਂ ਬਾਂਦਰ ਕਿੱਲਾ ਖੇਡਿਆ ਤੇ ਛਿੱਤਰ ਖਾਧੇ। ਉਹ ਸਾਨੂੰ ਟੁੱਕ ਦਾ ਫਾਹਾ ਲੈ ਗਿਆ ਸੀ ਮਿੱਲਾਂ ਵੱਲੇ, ਸਾਨੂੰ ਟੁੱਕ ਦਾ ਫਾਹਾ ਲੈ ਗਿਆ ਸੀ ਮਿੱਲਾਂ ਵੱਲੇ। ਉਹ ਮਾਲਕ ਜੁੜ ਕੇ ਬਹਿ ਗਏ ਅਸੀਂ ਲੱਖਾਂ ਕੱਲੇ, ਦੋ ਮਾਲਕ ਜੁੜ ਕੇ ਬਹਿ ਗਏ ਅਸੀਂ ਲੱਖਾਂ ਕੱਲੇ। ਉਹ ਸਾਡਾ ਗੰਨਾ ਮਿੱਲ ਨੇ ਪੀੜਿਆ ਰੋ ਰੱਤੀ ਨਿਕਲੀ, ਉੱਤੇ ਉਸ ਰੱਤ 'ਚੋਂ ਪੱਗਾਂ ਵਾਲੀ ਪੱਤੀ ਨਿਕਲੀ। ਸਾਡਾ ਗੰਨਾ ਮਿੱਲ ਨੇ ਪੀੜਿਆ ਰੋ ਰੱਤੀ ਨਿਕਲੀ, ਤੇ ਉਸ ਰੱਤ 'ਚੋਂ ਪੱਗਾਂ ਵਾਲਿਆਂ ਦੀ ਪੱਤੀ ਨਿਕਲੀ। ਤੇ ਅਸੀਂ ਮੀਂਹ ਤੋਂ ਕਣਕਾਂ ਸਾਂਭੀਆਂ ਸਾਨੂੰ ਚੌਧਰ ਪੈ ਗਈ, ਉਹ ਸਾਡਾ ਮਿੱਟੀ ਵਿੱਚ ਮੂੰਹ ਤੁੰਨ ਕੇ ਸਾਡੇ ਸਿਰ 'ਤੇ ਬਹਿ ਗਈ। ਉਹ ਕੀ ਦੱਸਾਂ ਸਾਹ ਦੀ ਮੰਡੀਏ ਕਿੰਜ ਮੰਦਾ ਹੁੰਦਾ, ਮੈਂ ਰੱਬ ਨਾਲ ਦੁੱਖੜੇ ਫੋਲਦਾ ਜੇ ਬੰਦਾ ਹੁੰਦਾ।